ਸਾਡੇ ਸਤਿਗੁਰਾਂ ਦੇ ਸੰਘਰਸ਼ ਨੂੰ, ਸਾਡੇ ਮਹਾਂਪੁਰਖਾਂ ਦੇ ਸੰਘਰਸ਼ ਨੂੰ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਕਾਰਵਾਂ ਨੂੰ ਜੇਕਰ ਕਿਸੇ ਨੇ ਅੱਗੇ ਤੋਰਿਆ ਤਾਂ ਉਹ ਨੇ ਮਾਨਵਰ ਸ੍ਰੀ ਕਾਂਸ਼ੀ ਰਾਮ ਸਾਹਿਬ ਜੀ। ਬੜੀ ਪਿਆਰੀ ਗੱਲ ਹੈ ਉਹਨਾਂ ਦੀ। ਸਾਨੂੰ ਕਦੇ ਉਹਨਾਂ ਦਾ ਜੀਵਨ ਨਹੀਂ ਭੁੱਲਣਾ ਚਾਹੀਦਾ, ਕਿਉਂਕਿ ਉਹਨਾਂ ਨੇ ਜੁਗੋ ਜੁਗ ਅਟੱਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਮੈਨੀਫੈਸਟੋ ਐਲਾਨਿਆ ਅਤੇ ਲਾਗੂ ਕਰਨ ਦਾ ਪ੍ਰਣ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਬਣੇਗੀ ਤਾਂ ਇਸ ਸਰਕਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅਗਵਾਈ ਕਰੇਗੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਮੈਨੀਫੈਸਟੋ ਹੋਣਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬੇਗਮਪੁਰੇ ਦੀ ਗੱਲ ਕੀਤੀ ਗਈ ਹੈ ਕਿ ਇੱਥੇ ਬੇਗਮਪੁਰਾ ਬਣਨਾ ਚਾਹੀਦਾ, ਇੱਥੇ ਰੋਟੀ ਕੱਪੜਾ ਮਕਾਨ ਹਰ ਇੱਕ ਸੁੱਖ ਸਹੂਲਤਾਂ ਹੋਣ, ਸਾਰੇ ਬਰਾਬਰ ਵਸਣ। ਇਸ ਕਰਕੇ ਮਾਨਵਰ ਸ੍ਰੀ ਕਾਂਸ਼ੀ ਰਾਮ ਸਾਹਿਬ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੈਨੀਫੈਸਟੋ ਚੁਣਿਆ। ਸਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ। ਅਸੀਂ ਤਾਂ ਉਹਨਾਂ ਦਾ ਕਦੇ ਜੀਵਨ ਵੇਖਿਆ ਹੀ ਨਹੀਂ। ਤੁਸੀਂ ਤਾਂ ਕੀ ਵੇਖਣਾ, ਅਸੀਂ ਨਹੀਂ ਵੇਖਿਆ। ਉਹ ਜਦੋਂ ਪੜ੍ਹਿਆ ਮਾਨਵਰ ਕਾਂਸ਼ੀ ਰਾਮ ਸਾਹਿਬ ਜੀ ਨੂੰ ਤਾਂ ਪਤਾ ਲੱਗਿਆ ਕਿ ਇਹ ਵੀ ਸਾਡੇ ਇੱਕ ਰਹਿਬਰਾਂ ਦੇ ਵਿੱਚ ਇੱਕ ਰਹਿਬਰ ਹੈ। 15 ਮਾਰਚ 1934 ਨੂੰ ਜ਼ਿਲ੍ਹਾ ਰੋਪੜ ਦੇ ਇੱਕ ਪਿੰਡ ਖਵਾਸਪੁਰਾ ਦੇ ਵਿੱਚ ਆਪ ਜੀ ਦਾ ਜਨਮ ਹੋਇਆ। ਆਪ ਜੀ ਦੇ ਪਿਤਾ ਸਤਿਕਾਰਯੋਗ ਹਰੀ ਸਿੰਘ ਜੀ, ਆਪ ਜੀ ਦੇ ਮਾਤਾ ਸਤਿਕਾਰਯੋਗ ਬਿਸ਼ਨ ਕੌਰ ਜੀ ਦੀ ਕੁੱਖੋਂ ਆਪ ਜੀ ਨੇ ਜਨਮ ਲਿਆ। ਆਪਣੇ ਭੈਣ ਭਰਾਵਾਂ ਦੇ ਵਿੱਚੋਂ ਸਭ ਤੋਂ ਵੱਧ ਪੜ੍ਹੇ ਲਿਖੇ ਮਾਨਵਰ ਕਾਂਸ਼ੀ ਰਾਮ ਜੀ ਸਨ। ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ। ਇਹ ਗੱਲ ਨੋਟ ਕਰਨ ਵਾਲੀ ਹੈ ਕਿ ਜਿੰਨੇ ਵੀ ਸਾਡੇ ਮਹਾਂਪੁਰਖ ਸਾਡੇ ਰਹਿਬਰ ਹੋਏ ਨੇ, ਇਹਨਾਂ ਨੇ ਐਜੂਕੇਸ਼ਨ ਨੂੰ, ਇਹਨਾਂ ਨੇ ਪੜ੍ਹਾਈ ਨੂੰ ਮੁੱਖ ਰੱਖਿਆ। ਔਰ ਸਾਡੇ ਜਿਹੜੇ ਰਹਿਬਰ ਨੇ, ਇਹਨਾਂ ਨੇ ਪੜ੍ਹਾਈ ਨੂੰ ਤਾਂ ਮੁੱਖ ਰੱਖਿਆ ਕਿਉਂਕਿ ਐਜੂਕੇਸ਼ਨ ਆ ਜਿਹੜੀ ਪੜ੍ਹਾਈ ਹੈ ਉਹ ਸਾਡੀ ਮਨੁੱਖਤਾ ਦੀ ਅਗਵਾਈ ਕਰਦੀ ਹੈ। ਜੇਕਰ ਸਾਡੇ ਕੋਲ ਗਿਆਨ ਹੋਏਗਾ ਤਾਂ ਅਸੀਂ ਦੂਸਰਿਆਂ ਦੇ ਜੀਵਨ ਨੂੰ ਉੱਚਾ ਚੁੱਕ ਸਕਦੇ ਹਾਂ। ਇਹ ਗਿਆਨ ਹੀ ਐਸਾ ਜਿਹੜੀ ਸਾਡੀ ਬੁੱਧੀ ਦਾ, ਜਿਹੜੀ ਸਾਡੀ ਸੋਚ ਦਾ, ਜਿਹੜਾ ਸਾਡੇ ਜੀਵਨ ਦਾ ਵਿਕਾਸ ਕਰਦਾ ਹੈ। ਅਤੇ ਸਤਿਗੁਰਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਵੀ ਇਹੀ ਲਿਖਿਆ ਕਿ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਵਿੱਦਿਆ ਪੜ੍ਹਨ ਦਾ ਹੀ ਤਾਂ ਫਾਇਦਾ ਜੇ ਆਪਾਂ ਕਿਸੇ ਦੇ ਉੱਤੇ ਪਰਉਪਕਾਰ ਕਰਾਂਗੇ ਜਾਂ ਆਪਣੇ ਉੱਤੇ ਪਰਉਪਕਾਰ ਕਰਾਂਗੇ, ਆਪਣਾ ਜੀਵਨ ਸੰਵਾਰਾਂਗੇ। ਜਿਵੇਂ ਸੋਹਣ ਸਹਿਜਲ ਜੀ ਡਾਕਟਰ ਅੰਬੇਦਕਰ ਸਾਹਿਬ ਜੀ ਬਾਰੇ ਲਿਖਦੇ ਨੇ, ਜੇ ਨੇਕੀ ਅਤੇ ਨਿਮਰਤਾ ਨਹੀਂ, ਜੇ ਚਰਿੱਤਰਵਾਨ ਬਣਾਉਂਦੀ ਨਹੀਂ, ਸਹਿਜਲ ਉਹ ਸਿੱਖਿਆ ਕੀ ਕਰਨੀ ਜੋ ਕੰਮ ਕਿਸੇ ਦੇ ਆਉਂਦੀ ਨਹੀਂ। ਉਹ ਸਿੱਖਿਆ ਦਾ ਕੋਈ ਫਾਇਦਾ ਨਹੀਂ ਜੇ ਅਸੀਂ ਕਿਸੇ ਦਾ ਪਰਉਪਕਾਰ ਨਾ ਕਰ ਸਕੀਏ। ਸਿੱਖਿਆ ਅਤੇ ਸ਼ੀਲ ਦੇ ਕਾਰਨ ਹੀ ਮੈਂ ਭਲਾ ਲੋਕਾਂ ਦਾ ਕਰ ਸਕਿਆ। ਨੌਲੇਜ ਇਜ ਪਾਵਰ ਦੇ ਦਮ 'ਤੇ ਲੋਕਾਂ ਵਿੱਚ ਸ਼ਕਤੀ ਭਰ ਸਕਿਆ। ਐਜੂਕੇਸ਼ਨ ਦੁੱਧ ਸ਼ੇਰਨੀ ਦਾ, ਜਿਹਨੇ ਪੀ ਲਿਆ ਉਹ ਦਹਾੜੇਗਾ। ਉਹ ਆਪਣੇ ਹੀ ਬਲਦਮ ਉੱਤੇ ਜ਼ਾਲਮ ਦੇ ਪੈਰ ਉਖਾੜੇਗਾ। ਉਹ ਤਾਂ ਉਖਾੜ ਸਕੇਗਾ ਜੇਕਰ ਸਾਡੇ ਕੋਲ ਗਿਆਨ ਹੋਏਗਾ। ਤਾਂ ਹੀ ਤਾਂ ਬਾਬਾ ਸਾਹਿਬ ਨੇ ਆਖਿਆ, ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ। ਸੰਘਰਸ਼ ਉਹ ਕਰ ਸਕਦੇ ਨੇ ਜਿਹੜੇ ਲੋਕ ਜੁੜੇ ਹੋਣਗੇ। ਜੇ ਜੁੜੇ ਹੋਏ ਤਾਂ ਫਾਇਦਾ ਜੇਕਰ ਉਹਨਾਂ ਕੋਲ ਗਿਆਨ ਹੋਏਗਾ, ਜੇਕਰ ਉਹ ਪੜ੍ਹੇ ਹੋਣਗੇ। ਇਸ ਕਰਕੇ ਸਾਡੇ ਮਹਾਂਪੁਰਖਾਂ ਨੇ ਐਜੂਕੇਸ਼ਨ ਨੂੰ ਮੁੱਖ ਰੱਖਿਆ ਅਤੇ ਮਾਨਵਰ ਸ਼੍ਰੀ ਕਾਂਸ਼ੀ ਰਾਮ ਸਾਹਿਬ ਜੀ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੀ ਪੜ੍ਹਾਈ ਕੀਤੀ। ਆਪ ਜੀ ਦੀ ਮੁੱਢਲੀ ਪੜ੍ਹਾਈ ਪਿੰਡ ਤੋਂ ਹੀ ਪ੍ਰਾਪਤ ਕੀਤੀ ਆਪ ਜੀ ਨੇ। ਉਸ ਤੋਂ ਬਾਅਦ BSc ਰੋਪੜ ਕਾਲਜ ਤੋਂ ਕੀਤੀ। BSc ਕਰਨ ਤੋਂ ਬਾਅਦ ਆਪ ਜੀ ਨੇ ਬਹੁਤ ਸਾਰੇ ਪੇਪਰ ਦਿੱਤੇ ਜਿਨ੍ਹਾਂ ਦੇ ਵਿੱਚ ਪਾਸ ਹੋਏ। ਸਰਵੇ ਆਫ ਇੰਡੀਆ ਵਿੱਚ ਨੌਕਰੀ ਤਾਂ ਮਿਲੀ ਸੀ, ਪਰ ਉਹਦੇ ਵਿੱਚ ਜਿਹੜਾ ਇਕਰਾਰਨਾਮਾ ਕੀਤਾ ਗਿਆ ਸੀ, ਇਸ ਨੂੰ ਮੁੱਖ ਰੱਖਦਿਆਂ ਹੋਇਆਂ ਮਾਨਵਰ ਸ਼੍ਰੀ ਕਾਂਸ਼ੀ ਰਾਮ ਸਾਹਿਬ ਜੀ ਨੇ ਨੌਕਰੀ ਨਹੀਂ ਕੀਤੀ। ਉਸ ਤੋਂ ਬਾਅਦ ਡਿਫੈਂਸ ਸਾਇੰਸ ਐਂਡ ਰਿਸਰਚ ਡਿਵੈਲਪਮੈਂਟ ਆਰਗੇਨਾਈਜੇਸ਼ਨ ਦੇ ਵਿੱਚ ਫਾਰਮ ਨਿਕਲੇ, DSRDO। ਜਦੋਂ ਇਹਦੇ ਵਿੱਚ ਫਾਰਮ ਨਿਕਲੇ ਤਾਂ ਆਪ ਜੀ ਨੇ ਇਸ ਦੇ ਵਿੱਚ ਫਾਰਮ ਭਰ ਕੇ ਆਪਣਾ ਇਮਤਿਹਾਨ ਦਿੱਤਾ ਅਤੇ ਇਸ ਇਮਤਿਹਾਨ ਨੂੰ ਬਹੁਤ ਸੋਹਣੇ ਤਰੀਕੇ ਨਾਲ ਬਾਖੂਬੀ ਨਿਭਾਇਆ ਅਤੇ ਆਪ ਜੀ ਪਾਸ ਹੋਏ ਅਤੇ ਆਪ ਜੀ ਨੂੰ ਨੌਕਰੀ ਮਿਲੀ। ਬਤੌਰ ਆਪ ਜੀ ਡਿਫੈਂਸ ਸਾਇੰਸਿਸਟ ਐਕਸਪਲੋਜ਼ਿਵ ਰਿਸਰਚ ਐਂਡ ਡਿਵੈਲਪਮੈਂਟ ਲੈਬੋਰਟਰੀ ਵਿੱਚ ਕਿਰਕੀ ਜ਼ਿਲ੍ਹਾ ਪੂਨਾ
महाराष्ट्र ਦੇ ਵਿੱਚ ਪੈ ਜਾਂਦਾ। ਉੱਥੇ ਆਪ ਜੀ ਨੂੰ ਨੌਕਰੀ ਮਿਲੀ, ਉੱਥੇ ਆਪ ਜੀ ਨੇ ਨੌਕਰੀ ਕੀਤੀ, ਬਤੌਰ ਆਫਿਸਰ ਸਨ ਆਪ ਜੀ। ਜਿਹੜੀ ਉੱਥੇ ਘਟਨਾ ਘਟਦੀ ਹੈ ਨਾ ਮਾਨਵਰ ਕਾਂਸ਼ੀ ਰਾਮ ਸਾਹਿਬ ਜੀ ਦੇ ਨਾਲ, ਉਹ ਆਪਣਾ ਵੀ ਜੀਵਨ ਬਦਲ ਦਿੰਦੀ ਹੈ ਅਤੇ ਸਾਡੇ ਲੋਕਾਂ ਦਾ ਵੀ ਜੀਵਨ ਬਦਲ ਦਿੰਦੀ ਹੈ ਉਹ ਘਟਨਾ। ਉਸ ਘਟਨਾ ਤੋਂ ਬਾਅਦ ਮਾਨਵਰ ਕਾਂਸ਼ੀ ਰਾਮ ਸਾਹਿਬ ਜੀ ਨੇ ਲੋਕਾਂ ਦਾ ਵੀ ਜੀਵਨ ਬਦਲ ਦਿੱਤਾ ਅਤੇ ਆਪਣੇ ਸਤਿਗੁਰ, ਆਪਣੇ ਮਹਾਂਪੁਰਖਾਂ ਦਾ ਜਿਹੜਾ ਸੰਘਰਸ਼ ਹੈ ਉਹਨੂੰ ਅੱਗੇ ਲੈ ਕੇ ਗਏ। ਇੱਥੇ ਜਿਹੜੀ ਘਟਨਾ ਘਟਦੀ ਹੈ ਉਹ ਕੀ ਹੈ? ਜਿਹੜੇ ਫੈਕਟਰੀ ਦੇ ਪ੍ਰਬੰਧਕ ਸੀ, ਉਹਨਾਂ ਫੈਕਟਰੀ ਦੇ ਪ੍ਰਬੰਧਕਾਂ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਜਿਹੜੇ ਜਨਮ ਦਿਨ ਦੀ ਛੁੱਟੀ ਸੀ ਉਹ ਕੈਂਸਲ ਕਰ ਦਿੱਤੀ ਗਈ। ਉਸ ਨੂੰ ਚੱਕ ਕੇ ਕਿਸੇ ਹੋਰ ਛੁੱਟੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਅਤੇ ਸਤਿਕਾਰਯੋਗ ਮਾਨਵਰ ਕਾਂਸ਼ੀ ਰਾਮ ਸਾਹਿਬ ਜੀ ਉਸ ਸਮੇਂ ਇਸ ਫੈਕਟਰੀ ਦੇ ਵਿੱਚ ਬਤੌਰ ਆਫਿਸਰ ਸਨ। ਤਾਂ ਇੱਥੇ ਜਿਹੜੇ ਮਜ਼ਦੂਰ ਸਨ ਉਹ ਜ਼ਿਆਦਾ ਤੋਂ ਜ਼ਿਆਦਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਨੂੰ ਮੰਨਣ ਵਾਲੇ ਸਨ। ਦਲਿਤ ਸਮਾਜ ਦੇ, ਸਾਡੇ ਬਹੁਜਨ ਸਮਾਜ ਦੇ ਲੋਕ ਸਨ। ਉਹਨਾਂ ਦੇ ਵਿੱਚ ਮਾਣਯੋਗ ਦੀਨਾ ਭਾਨਾ ਜੀ ਸਨ, ਜਿਨ੍ਹਾਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ। ਕਹਿੰਦੇ ਮੈਂ ਡਾਕਟਰ ਅੰਬੇਦਕਰ ਸਾਹਿਬ ਜੀ ਦੀ ਛੁੱਟੀ ਲੈ ਕੇ ਰਵਾਂਗਾ ਅਤੇ ਆਪਣੇ ਸਾਥੀਆਂ ਨੂੰ ਦਿਵਾਵਾਂਗਾ, ਕਿਉਂਕਿ ਡਾਕਟਰ ਅੰਬੇਦਕਰ ਸਾਡੇ ਰਹਿਬਰ ਨੇ, ਸਾਡਾ ਮਸੀਹਾ ਹੋਏ, ਸਾਡਾ ਰੱਬ ਹੈ, ਉਹਦੀ ਛੁੱਟੀ ਮੈਂ ਕੈਂਸਲ ਨਹੀਂ ਹੋਣ ਦਿਆਂਗਾ। ਮਾਣਯੋਗ ਦੀਨਾ ਭਾਨਾ ਜੀ ਧਰਨੇ 'ਤੇ ਬੈਠ ਜਾਂਦੇ ਨੇ। ਜਦੋਂ ਧਰਨੇ 'ਤੇ ਬੈਠ ਜਾਂਦੇ ਨੇ ਤਾਂ ਆਪ ਜੀ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਜਾਂਦਾ। ਜਦੋਂ ਨੌਕਰੀ ਤੋਂ ਫਾਰਗ ਕਰ ਦਿੱਤਾ ਜਾਂਦਾ ਤਾਂ ਉੱਥੇ ਮਾਨਵਰ ਕਾਂਸ਼ੀ ਰਾਮ ਸਾਹਿਬ ਜੀ ਆਉਂਦੇ ਨੇ। ਉਹ ਪੁੱਛਦੇ ਨੇ ਕੀ ਗੱਲ ਹੋਈ ਹੈ। ਫਿਰ ਉਹਨਾਂ ਨੂੰ ਦੱਸਿਆ ਜਾਂਦਾ, ਮਾਨਵਰ ਕਾਂਸ਼ੀ ਰਾਮ ਸਾਹਿਬ ਜੀ, ਉਹ ਤੁਸੀਂ ਤਾਂ ਆਫਿਸਰ ਹੋ, ਅਤੇ ਜੇ ਤੁਸੀਂ ਆਫਿਸਰ ਬਣੇ ਹੋ ਤਾਂ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੀ ਕਿਰਪਾ ਹੋਈ ਆ ਤੁਹਾਡੇ 'ਤੇ ਤੁਸੀਂ ਤਾਂ ਬਹੁਜਨ ਸਮਾਜ ਦੇ ਹੋ, ਤੁਸੀਂ ਕਿਉਂ ਨਹੀਂ ਸਾਡੇ ਨਾਲ ਬੋਲਦੇ, ਤੁਸੀਂ ਕਿਉਂ ਨਹੀਂ ਸਾਡੇ ਹੱਕ ਦੇ ਵਿੱਚ ਆਉਂਦੇ ਕਿ ਡਾਕਟਰ ਅੰਬੇਦਕਰ ਸਾਹਿਬ ਜੀ ਦੀ ਛੁੱਟੀ ਮਿਲਣੀ ਚਾਹੀਦੀ ਹੈ। ਮਾਨਵਰ ਕਾਂਸ਼ੀ ਰਾਮ ਸਾਹਿਬ ਜੀ ਨੂੰ ਜਦੋਂ ਇਹ ਗੱਲ ਆਖੀ ਤਾਂ ਇਹ ਜਿਹੜਾ ਮਾਣਯੋਗ ਦੀਨਾ ਭਾਨਾ ਜੀ ਨੇ ਤੀਰ ਖਿੱਚਿਆ ਸੀ ਨਾ ਗਿਆਨ ਦਾ, ਉਹ ਕਾਂਸ਼ੀ ਰਾਮ ਸਾਹਿਬ ਜੀ ਦੇ ਹਿਰਦੇ ਦੇ ਦਿਲ ਦੇ ਵਿੱਚ ਵੱਜਿਆ ਅਤੇ ਦਿਲ ਇੱਕਦਮ ਚੀਰ ਛੁੱਟਿਆ। ਉਹਦੇ ਵਿੱਚੋਂ ਜਦੋਂ ਦਿਲ ਚੀਰਿਆ ਗਿਆ ਨਾ ਉਸ ਗਿਆਨ ਨੇ, ਤਾਂ ਉਹਦੇ ਵਿੱਚੋਂ ਰਹਿਬਰਾਂ ਦਾ ਸੰਘਰਸ਼, ਉਹ ਰਹਿਬਰਾਂ ਦੇ ਕਾਰਵਾਂ ਦਾ ਜਿਹੜਾ ਬੀਜ ਸੀ ਉਹ ਪੁੰਗਰਿਆ। ਇੱਕ ਨਿੱਕੀ ਜਿਹੀ ਚੰਗਿਆੜੀ ਬਣੀ ਅਤੇ ਫਿਰ ਉਹ ਨਿੱਕੀ ਜਿਹੀ ਚੰਗਿਆੜੀ ਨੇ ਕਿਵੇਂ ਭਾਂਬੜ ਦਾ ਰੂਪ ਧਾਰਿਆ, ਉਹ ਕਾਂਸ਼ੀ ਰਾਮ ਸਾਹਿਬ ਜੀ ਦੇ ਜੀਵਨ ਵਿੱਚ ਹੈ। ਕਾਂਸ਼ੀ ਰਾਮ ਸਾਹਿਬ ਜੀ ਨੇ ਆਖਿਆ ਕਿ ਮੈਂ ਤੁਹਾਨੂੰ ਛੁੱਟੀ ਦਿਵਾਵਾਂਗਾ। ਅਤੇ ਜਦੋਂ ਦੀਨਾ ਭਾਨਾ ਜੀ ਨੂੰ ਨੌਕਰੀ ਤੋਂ ਫਾਰਗ ਕੀਤਾ ਤਾਂ ਦੀਨਾ ਭਾਨਾ ਜੀ ਨੇ ਇੱਕ ਕਿਤਾਬ ਦਿੱਤੀ ਮਾਨਵਰ ਕਾਂਸ਼ੀ ਰਾਮ ਸਾਹਿਬ ਜੀ ਨੂੰ, ਜਾਤ ਪਾਤ ਦਾ ਬੀਜ ਨਾਸ਼। ਉਹ ਜਦੋਂ ਕਿਤਾਬ ਦਿੱਤੀ ਤਾਂ ਮਾਨਵਰ ਕਾਂਸ਼ੀ ਰਾਮ ਜੀ ਰਾਤ ਨੂੰ ਪੜ੍ਹਦੇ ਨੇ। ਕਹਿੰਦੇ ਇੱਕ ਵਾਰ ਕਿਤਾਬ ਪੜ੍ਹ ਲਈ, ਦੂਜੀ ਵਾਰ ਕਿਤਾਬ ਪੜ੍ਹੀ, ਸਵੇਰ ਤੱਕ ਕਿਤਾਬ ਹੀ ਪੜ੍ਹਦੇ ਰਹੇ। ਅਤੇ ਉਸ ਕਿਤਾਬ ਦੇ ਵਿੱਚ ਜਦੋਂ ਪੜ੍ਹਿਆ ਤਾਂ ਮਾਨਵਰ ਕਾਂਸ਼ੀ ਰਾਮ ਸਾਹਿਬ ਜੀ ਨੇ ਬਾਕੀ ਜਿਹੜੇ ਧਰਨੇ 'ਤੇ ਬੈਠੇ ਸੀ ਉਹਨਾਂ ਨੂੰ ਸੰਬੋਧਨ ਕੀਤਾ ਕਿ ਦੀਨਾ ਭਾਨਾ ਜੀ ਦੀ ਨੌਕਰੀ ਨੂੰ ਵੀ ਮੈਂ ਬਹਾਲ ਕਰਾਵਾਂਗਾ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੀ ਜਿਹੜੀ ਛੁੱਟੀ ਕੈਂਸਲ ਕੀਤੀ ਹੈ ਜਨਮ ਦਿਨ ਦੀ, ਉਹ ਵੀ ਤੁਹਾਨੂੰ ਦਵਾਵਾਂਗਾ। ਅਤੇ ਇਸ ਤਰ੍ਹਾਂ ਮਾਨਯੋਗ ਕਾਂਸ਼ੀ ਰਾਮ ਸਾਹਿਬ ਜੀ ਨੇ ਦੀਨਾ ਭਾਨਾ ਜੀ ਦਾ ਕੇਸ ਲੜਿਆ ਅਤੇ ਦੀਨਾ ਭਾਨਾ ਜੀ ਨੂੰ ਨੌਕਰੀ ਤੋਂ ਬਹਾਲ ਕਰਾਇਆ, ਨੌਕਰੀ 'ਤੇ ਫਿਰ ਦੁਬਾਰਾ ਰਖਵਾਇਆ ਉਸ ਫੈਕਟਰੀ ਦੇ ਵਿੱਚ, ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੀ ਜਨਮ ਦਿਨ ਦੀ ਛੁੱਟੀ ਵੀ ਬਹਾਲ ਕਰਵਾ ਦਿੱਤੀ। ਅਤੇ ਇਹ ਜਿਹੜੀ ਘਟਨਾ ਸੀ ਇਹਨੇ ਜੀਵਨ ਬਦਲ ਦਿੱਤਾ। ਫਿਰ ਮਾਣਯੋਗ ਕਾਂਸ਼ੀ ਰਾਮ ਸਾਹਿਬ ਜੀ ਨੇ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਜਿਹੜਾ ਮੇਰਾ ਸਮਾਜ ਹੈ ਇਹ ਤਾਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਜੀਵਨ ਨੂੰ ਜਾਂ ਸਾਡੇ ਸਤਿਗੁਰਾਂ ਜਾਂ ਸਾਡੇ ਮਹਾਂਪੁਰਖਾਂ ਦੇ ਜੀਵਨ ਨੂੰ ਜਾਣਦਾ ਹੀ ਨਹੀਂ ਹੈ। ਇਸ ਕਰਕੇ ਮਾਨਵਰ ਕਾਂਸ਼ੀ ਰਾਮ ਸਾਹਿਬ ਜੀ ਨੇ ਇੱਕ ਫੈਸਲਾ ਲਿਆ, ਜਿਹੜਾ ਫੈਸਲਾ ਵੱਡੇ ਵੱਡੇ ਸਾਧੂ ਸੰਤ ਮਹਾਤਮਾ ਨਹੀਂ ਲੈ ਸਕੇ, ਉਹ ਫੈਸਲਾ ਮਾਨਵਰ ਕਾਂਸ਼ੀ ਰਾਮ ਸਾਹਿਬ ਨੇ ਲਿਆ। ਜੇ ਕਿਸੇ ਸਾਧੂ ਮਹਾਤਮਾ ਜਾਂ ਬਾਬਿਆਂ ਨੇ ਫੈਸਲਾ ਲਿਆ ਤਾਂ ਆਪਣੇ ਕਰਕੇ ਲਿਆ। ਜਿਹੜਾ ਕਾਂਸ਼ੀ ਰਾਮ ਸਾਹਿਬ ਜੀ ਫੈਸਲਾ ਲੈਂਦੇ ਨੇ ਇਹ ਆਪਣੇ ਕਰਕੇ ਨਹੀਂ, ਇਹ ਬਹੁਜਨ ਕਰਕੇ ਲਿਆ, ਇਹ ਸਾਡੇ ਲੋਕਾਂ ਕਰਕੇ ਲਿਆ, ਇਹ ਸਾਡੇ ਸਮਾਜ ਕਰਕੇ ਲਿਆ। ਇਸ ਫੈਸਲੇ ਦੇ ਵਿੱਚ ਉਹਨਾਂ ਨੇ ਆਪਣੇ ਆਪ ਨਾਲ 5 ਪ੍ਰਣ ਕੀਤੇ। ਪਹਿਲਾ ਪ੍ਰਣ ਇਹ ਸੀ ਕਿ ਮੈਂ ਕੋਈ ਸਰਕਾਰੀ ਨੌਕਰੀ ਨਹੀਂ ਕਰਾਂਗਾ,
ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਬਤੌਰ ਆਫਿਸਰ ਹੋਣ ਦੇ ਨਾਤੇ ਆਪ ਜੀ ਨੇ ਜਿਹੜਾ ਨੌਕਰੀ ਤੋਂ ਅਸਤੀਫਾ ਦਿੱਤਾ ਨਾ, ਲੋਕ ਤਾਂ ਨੌਕਰੀਆਂ ਮੰਗਦੇ ਸੀ, ਲੋਕ ਤਾਂ ਕਹਿੰਦੇ ਸੀ ਸਾਨੂੰ ਹਜ਼ਾਰਾਂ ਲੱਖਾਂ ਰੁਪਈਏ ਘਰਾਂ ਦੇ ਵਿੱਚ ਆਉਂਦੇ ਨੇ ਅਤੇ ਸਾਨੂੰ ਨੌਕਰੀ ਮਿਲਣੀ ਚਾਹੀਦੀ ਹੈ, ਅਤੇ ਜੇਕਰ ਨੌਕਰੀ ਛੱਡੀ ਤਾਂ ਮਾਨਵਰ ਕਾਂਸ਼ੀ ਰਾਮ ਸਾਹਿਬ ਜੀ ਨੇ ਸਾਡੀ ਖਾਤਰ ਛੱਡੀ। ਪਹਿਲਾ ਪ੍ਰਣ ਸੀ। ਦੂਸਰਾ ਪ੍ਰਣ ਉਹਨਾਂ ਨੇ ਲਿਆ ਕਿ ਉਹ ਕੋਈ ਜਾਇਦਾਦ ਨਹੀਂ ਬਣਾਉਣਗੇ, ਜ਼ਮੀਨ ਨਹੀਂ ਬਣਾਉਣਗੇ। ਵੇਖੋ, ਹਰ ਇੱਕ ਲੋਕਾਂ ਨੂੰ ਚਾਅ ਹੁੰਦਾ, ਹਰ ਇੱਕ ਮਨੁੱਖਾਂ ਨੂੰ ਚਾਅ ਹੁੰਦਾ ਕਿ ਮੇਰੇ ਕੋਲ ਸਰਕਾਰੀ ਨੌਕਰੀ ਹੋਵੇ, ਮੇਰੇ ਕੋਲ ਘਰ ਹੋਵੇ, ਜ਼ਮੀਨ ਹੋਵੇ, ਜਾਇਦਾਦ ਹੋਵੇ, ਮੇਰੀ ਪਿੰਡ ਦੇ ਵਿੱਚ ਵੱਡੀ ਸਾਰੀ ਜਾਂ ਸ਼ਹਿਰ ਦੇ ਵਿੱਚ ਵੱਡੀ ਸਾਰੀ ਕੋਠੀ ਪਾਈ ਹੋਵੇ। ਇਹ ਹਰ ਇੱਕ ਚਾਹੁੰਦਾ, ਪਰ ਮਾਨਵਰ ਕਾਂਸ਼ੀ ਰਾਮ ਸਾਹਿਬ ਜੀ ਨੇ ਸਾਡੇ ਖਾਤਰ, ਸਾਡੇ ਸਮਾਜ ਖਾਤਰ, ਸਾਡੇ ਬਹੁਜਨਾਂ ਦੇ ਲੋਕਾਂ ਦੇ ਉੱਚੇ ਮਾਨਸਿਕ ਪੱਧਰ ਨੂੰ ਉੱਚਾ ਚੱਕਣ ਲਈ, ਸਰੀਰਕ ਤੌਰ 'ਤੇ ਬਰਾਬਰ ਕਰਨ ਲਈ ਔਰ ਸਾਰੇ ਲੋਕਾਂ ਨੂੰ ਬਰਾਬਰ ਰੱਖਣ ਲਈ ਆਪਣੀ ਨੌਕਰੀ ਵੀ ਛੱਡ ਦਿੱਤੀ। ਔਰ ਆਪ ਜੀ ਨੇ ਵਾਅਦਾ ਕੀਤਾ ਕਿ ਮੈਂ ਕੋਈ ਜਾਇਦਾਦ ਨਹੀਂ ਬਣਾਵਾਂਗਾ, ਕਿਤੇ ਕੋਈ ਜਾਇਦਾਦ ਵੀ ਨਹੀਂ ਬਣਾਈ। ਉਸ ਤੋਂ ਬਾਅਦ ਤੀਸਰਾ ਫੈਸਲਾ ਲਿਆ ਕਿ ਮੈਂ ਕਿਸੇ ਸਾਕ ਸੰਬੰਧੀ ਨਾਲ ਰਿਸ਼ਤਾ ਨਹੀਂ ਰੱਖਾਂਗਾ, ਕੋਈ ਜੰਮੇ ਕੋਈ ਮਰੇ ਮੈਂ ਨਹੀਂ ਕਿਸੇ ਦੇ ਆਵਾਂ ਜਾਵਾਂਗਾ। ਮੇਰਾ ਅੱਜ ਤੇ ਸਮਾਜ, ਮੇਰਾ ਰਿਸ਼ਤੇਦਾਰ, ਮੇਰੇ ਮਾਂ ਪਿਓ, ਮੇਰੇ ਭੈਣ ਭਰਾ ਮੇਰਾ ਸਮਾਜ ਹੈ, ਮੇਰੇ ਲੋਕ ਨੇ। ਕਿਉਂਕਿ ਮੈਂ ਆਪਣੇ ਸਤਿਗੁਰਾਂ ਦੇ, ਆਪਣੇ ਰਹਿਬਰਾਂ ਦੇ, ਬਾਬਾ ਸਾਹਿਬ ਦੇ ਸੰਘਰਸ਼ ਨੂੰ ਅੱਗੇ ਲੈ ਕੇ ਜਾਵਾਂਗਾ। ਜਿਹੜਾ ਚੌਥਾ ਪ੍ਰਣ ਲਿਆ ਕਿ ਉਹ ਸਾਰੀ ਉਮਰ ਵਿਆਹ ਨਹੀਂ ਕਰਾਉਣਗੇ। ਹਰ ਇੱਕ ਦਾ ਜੀਅ ਕਰਦਾ ਨਾ ਮੇਰਾ ਵਿਆਹ ਹੋਵੇ, ਮੇਰੇ ਬੱਚੇ ਹੋਣ, ਮੇਰੀ ਘਰ ਵਾਲੀ ਹੋਵੇ, ਮੈਨੂੰ ਸੋਹਣੇ ਕੱਪੜੇ ਧੋਤੇ ਹੋਏ ਮਿਲਣ, ਮੈਂ ਜਦੋਂ ਨੌਕਰੀ 'ਤੇ ਜਾਵਾਂ ਤਾਂ ਮੇਰੇ ਟਿਫਨ ਹੱਥ ਦੇ ਵਿੱਚ ਹੋਵੇ। ਹਰ ਇੱਕ ਬੰਦਾ ਚਾਹੁੰਦਾ, ਪਰ ਮਾਨਵਰ ਕਾਂਸ਼ੀ ਰਾਮ ਸਾਹਿਬ ਜੀ ਨੇ ਆਪਣੇ ਨਾਲ ਜਿਹੜਾ ਚੌਥਾ ਵਾਅਦਾ ਕੀਤਾ ਕਿ ਮੈਂ ਸਾਰੀ ਉਮਰ ਵਿਆਹ ਨਹੀਂ ਕਰਾਵਾਂਗਾ। ਅਤੇ ਜਿਹੜਾ ਪੰਜਵਾਂ ਫੈਸਲਾ ਸੀ ਇਹ ਸੀ ਕਿ ਮੈਂ ਜਿਹੜਾ ਮੇਰਾ ਪਰਿਵਾਰ ਹੈ, ਜਿਹੜਾ ਮੇਰਾ ਘਰ ਹੈ, ਇਹ ਮੇਰਾ ਘਰ, ਇਹ ਮੇਰਾ ਪਰਿਵਾਰ, ਮੇਰਾ ਬਹੁਜਨ ਸਮਾਜ ਹੋਵੇਗਾ। ਇਹ 5 ਪ੍ਰਣ ਲਏ ਮਾਨਵਰ ਕਾਂਸ਼ੀ ਰਾਮ ਸਾਹਿਬ ਜੀ ਨੇ ਅਤੇ ਆਪਣੇ ਸਮਾਜ ਨੂੰ ਜਗਾਉਣ ਲਈ ਉਹਨਾਂ ਨੇ ਸਾਈਕਲ ਚੁੱਕਿਆ। ਸਾਈਕਲ ਚੁੱਕ ਕੇ ਉਹ ਪੂਰੇ ਭਾਰਤ ਦੇ ਵਿੱਚ ਸਾਈਕਲ ਦੇ ਉੱਤੇ ਸਾਡੇ ਲੋਕਾਂ ਨੂੰ ਜਗਾਉਣ ਲਈ ਤੁਰੇ। ਅਸੀਂ ਕਿੱਥੇ ਦੇਣਾ ਦੇ ਦਿਆਂਗੇ ਮਾਨਵਰ ਕਾਂਸ਼ੀ ਰਾਮ ਸਾਹਿਬ ਜੀ ਦਾ? ਅਸੀਂ ਜੀਵਨ ਨਹੀਂ ਪੜ੍ਹਿਆ, ਅਸੀਂ ਉਹਨਾਂ ਬਾਰੇ ਨਹੀਂ ਜਾਣਿਆ, ਇਹ ਗਲਤੀ ਸਾਡੀ ਹੈ। ਫਿਰ ਉਹਨਾਂ ਨੇ ਸਾਡੇ ਸਮਾਜ ਨੂੰ ਜਗਾਉਣ ਲਈ, ਸਾਡੇ ਲੋਕਾਂ ਨੂੰ ਜਗਾਉਣ ਲਈ ਬਹੁਤ ਸਾਰੇ ਸੰਘਰਸ਼ ਐਲਾਨੇ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਬਾਮ ਸੇਫ ਬਣਾਈ। ਬਾਮ ਸੇਫ ਦੇ ਵਿੱਚ ਆਪ ਜੀ ਨੇ ਜੋ ਲੋਕਾਂ ਨੂੰ ਜਗਾਉਣ ਦਾ ਜੋ ਬੀੜਾ ਚੁੱਕਿਆ, ਜੋ ਲੋਕਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਲਈ ਬੀੜਾ ਚੁੱਕਿਆ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਨੇ ਫਿਰ ਬਹੁਤ ਸਾਰੇ ਜਿਹੜੇ ਕਮੇਟੀਆਂ ਬਣਾ ਕੇ ਸੰਘਰਸ਼ ਕੀਤੇ ਲੋਕਾਂ ਨੂੰ ਜਗਾਉਣ ਲਈ। ਆਪ ਜੀ ਨੇ ਘਰ ਘਰ ਦੇ ਬੂਹੇ ਜਾ ਕੇ ਖੜਕਾਏ ਅਤੇ ਜਿਹੜੇ ਲੋਕ ਮਾਨਵਰ ਕਾਂਸ਼ੀ ਰਾਮ ਸਾਹਿਬ ਜੀ ਦੇ ਨਾਲ ਤੁਰੇ, ਉਹ ਸਮਝ ਲਓ ਆਪਣੇ ਸਤਿਗੁਰਾਂ ਦੇ, ਆਪਣੇ ਰਹਿਬਰਾਂ ਦੇ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਸੰਘਰਸ਼ ਨਾਲ ਤੁਰੇ। ਅਤੇ ਜਿਹੜੀ ਬਾਮ ਸੇਫ ਬਣਾਈ ਸੀ, ਬਾਮ ਸੇਫ ਤੋਂ ਬਾਅਦ ਆਪ ਜੀ ਨੇ ਇੱਕ ਪਾਰਟੀ ਬਣਾਈ, BSP ਬਹੁਜਨ ਸਮਾਜ ਪਾਰਟੀ, ਜਿਸ ਨੂੰ ਆਪ ਜੀ ਨੇ ਘਰ ਘਰ ਦੇ ਵਿੱਚ ਹੋਕਾ ਦੇ ਕੇ ਪਹੁੰਚਾਇਆ। ਸੋ ਇਹ ਸੀ ਮਾਨਵਰ ਕਾਂਸ਼ੀ ਰਾਮ ਸਾਹਿਬ ਜੀ ਦਾ ਜੀਵਨ। ਆਪ ਜੀ ਨੇ DS4 ਵੀ ਬਣਾਈ ਸੰਘਰਸ਼ ਕਮੇਟੀ, ਜਿਸ ਦੇ ਵਿੱਚ ਆਪ ਜੀ ਨੇ ਦਲਿਤਾਂ ਨੂੰ, ਗਰੀਬਾਂ ਨੂੰ, ਬੇਸਹਾਰਿਆਂ ਨੂੰ ਬਰਾਬਰ ਕਰਨ ਲਈ ਆਪ ਜੀ ਨੇ ਬਹੁਤ ਸੰਘਰਸ਼ ਕੀਤਾ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਸਾਨੂੰ ਮਾਨਵਰ ਕਾਂਸ਼ੀ ਰਾਮ ਸਾਹਿਬ ਜੀ ਦਾ ਜੀਵਨ ਪੜ੍ਹਨਾ ਚਾਹੀਦਾ। ਕਿਵੇਂ ਉਹਨਾਂ ਨੇ ਸਾਨੂੰ ਜਗਾਉਣ ਲਈ, ਸਾਨੂੰ ਸਾਡੇ ਹੱਕ, ਸਾਡੇ ਅਧਿਕਾਰ ਦਿਵਾਉਣ ਲਈ, ਸਾਨੂੰ ਉਹ ਦਿੱਲੀ ਦੀ ਕੁਰਸੀ 'ਤੇ ਬਿਠਾਉਣ ਲਈ, ਸਾਡੇ ਬੱਚਿਆਂ ਨੂੰ ਉਹ ਕਿਵੇਂ ਰਾਜਨੀਤੀ ਸਮਝਾਉਣ ਲਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੈਨੀਫੈਸਟੋ ਸਾਹਮਣੇ ਰੱਖਦਿਆਂ ਹੋਇਆਂ ਕਿਵੇਂ ਇਸ ਦੇਸ਼ ਨੂੰ ਬੇਗਮਪੁਰਾ ਬਣਾਉਣ ਲਈ, ਕਿਵੇਂ ਇਸ ਸੰਸਾਰ ਨੂੰ ਬੇਗਮਪੁਰਾ ਬਣਾਉਣ ਲਈ ਆਪਣਾ ਸਾਰਾ ਜੀਵਨ ਲਾਇਆ। ਜਦੋਂ ਤੁਹਾਨੂੰ ਸਮਾਂ ਮਿਲਦਾ ਤਾਂ ਜ਼ਰੂਰ ਪੜ੍ਹਿਆ ਕਰੋ, ਕਿਉਂਕਿ ਮਾਨਵਰ ਕਾਂਸ਼ੀ ਰਾਮ ਸਾਹਿਬ ਜੀ ਵਰਗਾ ਸਾਡੀ ਅਗਵਾਈ ਕੋਈ ਨਹੀਂ ਕਰ ਸਕਦਾ। ਹੁਣ ਉਹ ਸਰੀਰਕ ਤੌਰ 'ਤੇ ਨਹੀਂ, ਆਓ ਆਪਾਂ ਇਕੱਲੇ ਇਕੱਲੇ ਆਪਣਾ ਫਰਜ਼ ਪਛਾਣਦੇ ਹੋਈਏ ਮਾਨਵਰ ਕਾਂਸ਼ੀ ਰਾਮ ਸਾਹਿਬ ਜੀ ਦੇ ਜੀਵਨ ਨੂੰ, ਉਹਨਾਂ ਦੇ ਸੰਘਰਸ਼ ਨੂੰ, ਜੋ ਆਪਣੇ ਮਹਾਂਪੁਰਖਾਂ ਦਾ ਸੰਘਰਸ਼ ਲੈ ਕੇ ਚੱਲੇ ਸੀ, ਉਸ ਨੂੰ ਅੱਗੇ ਲੈ ਕੇ ਜਾਈਏ ਅਤੇ ਹੋਰ ਅੱਗੇ ਆਪਾਂ ਲੈ ਕੇ ਜਾਈਏ ਕਿ ਆਪਣੇ ਸਮਾਜ ਨੂੰ ਜਗਾਈਏ। ਨਹੀਂ ਅਸੀਂ ਕੀ ਸੀ ਤੀਲੇ ਤਿਣਕੇ ਸੀ, ਜਿਸ ਦਾ ਹੜ੍ਹ ਆਇਆ ਅਸੀਂ ਹੜ੍ਹਦੇ ਰਹੇ, ਅਸੀਂ ਮਨੂਵਾਦ ਦੇ ਡੰਗੇ ਲੁਕਦੇ ਰਹੇ, ਖੁੱਡਾਂ ਖੋੜਾਂ ਵਿੱਚ ਵੜਦੇ ਰਹੇ, ਸਾਡਾ ਮੌਸਮ ਰੁੱਸਿਆ ਸੀ, ਸਾਡੇ ਹਾਲ ਸਦਾ
ਪਤ ਝੜਦੇ ਰਹੇ, ਸਾਡੀ ਜੀਭ ਕੱਟਣ ਨੂੰ ਛੁਰੀਆਂ ਸੀ, ਕੰਨਾਂ ਲਈ ਸਿੱਕੇ ਕੱਢਦੇ ਰਹੇ। ਬਾਬਾ ਸਾਹਿਬ ਰਾਤਾਂ ਨੂੰ ਜਾਗ ਜਾਗ ਸਾਡੀ ਤਕਦੀਰ ਨੂੰ ਘੜਦੇ ਰਹੇ। ਸਹਿਜਲ ਉਹਨਾਂ ਬਿਨਾਂ ਹਨੇਰਾ ਸੀ, ਭਾਵੇਂ ਕਿੰਨੇ ਸੂਰਜ ਚੜ੍ਹਦੇ ਰਹੇ। ਬਾਬਾ ਸਾਹਿਬ ਬਿਨਾਂ ਹਨੇਰਾ ਸੀ, ਭਾਵੇਂ ਲੱਖਾਂ ਸੂਰਜ ਚੜ੍ਹਦੇ ਰਹੇ। ਓਏ ਕਾਂਸ਼ੀ ਰਾਮ ਸਾਹਿਬ ਬਿਨਾਂ ਹਨੇਰਾ ਸੀ, ਭਾਵੇਂ ਲੱਖਾਂ ਸੂਰਜ ਚੜ੍ਹਦੇ ਰਹੇ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਿਤਾਬ ਲਿਖੀ ਹੈ ਚਮਚਾ ਯੁੱਗ। ਜਦੋਂ ਸਮਾਂ ਲੱਗਿਆ ਆਪਾਂ ਉਹਦੇ ਬਾਰੇ ਜ਼ਰੂਰ ਵਿਚਾਰ ਕਰਾਂਗੇ। ਮੈਂ ਆਪ ਜੀ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਮਾਨਵਰ ਕਾਂਸ਼ੀ ਰਾਮ ਸਾਹਿਬ ਜੀ ਦੁਆਰਾ ਲਿਖੀ ਗਈ ਕਿਤਾਬ ਜ਼ਰੂਰ ਪੜ੍ਹਿਓ, ਜਿਸ ਦਾ ਨਾਮ ਹੈ ਚਮਚਾ ਯੁੱਗ। ਕਿਤਾਬ ਅੰਗਰੇਜ਼ੀ ਵਿੱਚ ਹੈ, ਉਸ ਦਾ ਜੋ ਅਨੁਵਾਦ ਟਰਾਂਸਲੇਟ ਕੀਤੀ ਆ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਸੋਹਣ ਸਹਿਜਲ ਜੀ, ਜਿਨ੍ਹਾਂ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਭਾਰਤੀ ਸੰਵਿਧਾਨ ਜੋ ਇੰਗਲਿਸ਼ ਦੇ ਵਿੱਚ ਸੀ ਉਸ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ, ਟਰਾਂਸਲੇਟ ਕੀਤਾ। ਇਸ ਕਿਤਾਬ ਚਮਚਾ ਯੁੱਗ ਨੂੰ ਵੀ, ਮਾਨਵਰ ਕਾਂਸ਼ੀ ਰਾਮ ਸਾਹਿਬ ਜੀ ਦੀ ਕਿਤਾਬ ਨੂੰ ਵੀ ਆਪ ਜੀ ਨੇ, ਸੋਹਣ ਸਹਿਜਲ ਜੀ ਨੇ ਪੰਜਾਬੀ ਦੇ ਵਿੱਚ ਟਰਾਂਸਲੇਟ ਕਰ ਦਿੱਤਾ ਹੈ। ਸੋ ਵੱਧ ਤੋਂ ਵੱਧ ਇਹ ਕਿਤਾਬ ਪੜ੍ਹਿਓ ਅਤੇ ਫਿਰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਚਮਚਾ ਯੁੱਗ ਕਿਤਾਬ ਬਾਰੇ ਵੀ ਵਿਚਾਰ ਕਰਾਂਗੇ। ਉਹ ਜਿਹੜੀ ਕਾਂਸ਼ੀ ਰਾਮ ਸਾਹਿਬ ਜੀ ਦੀ ਰੀਝ ਆ ਉਹ ਸਾਨੂੰ ਪੁਗਾਉਣੀ ਚਾਹੀਦੀ ਹੈ। ਮਾਨਵਰ ਕਾਂਸ਼ੀ ਰਾਮ ਸਾਹਿਬ ਕਹਿੰਦੇ ਸੀ ਤੇ ਤੁਸੀਂ ਚਮਚੇ ਨਾ ਕਿਸੇ ਦੇ ਬਣਿਓ, ਤੁਸੀਂ ਨੌਕਰ ਨਾ ਕਿਸੇ ਦੇ ਬਣਿਓ, ਉਹ ਤੁਸੀਂ ਆਫੀਸਰ ਬਣਿਓ, ਇਸ ਦੇਸ਼ ਦੇ ਰਾਜੇ ਬਣਿਓ। ਇਹ ਮਾਨਵਰ ਕਾਂਸ਼ੀ ਰਾਮ ਸਾਹਿਬ ਜੀ ਦਾ ਹਰ ਵੇਲੇ ਸਾਨੂੰ ਕਹਿਣਾ ਸੀ, ਹਰ ਵੇਲੇ ਸਾਨੂੰ ਇਹ ਨਾਅਰਾ ਦਿੱਤਾ ਗਿਆ ਸੀ ਕਿ ਆਓ ਦਿੱਲੀ ਤਖਤ 'ਤੇ ਬੈਠੀਏ, ਆਓ ਆਪਾਂ ਇਸ ਆਪਣੇ ਸਮਾਜ ਨੂੰ ਜਗਾਈਏ। ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਆਪਣੇ ਰਹਿਬਰਾਂ ਦੇ ਸੰਘਰਸ਼ ਨੂੰ, ਆਪਣੇ ਸਤਿਗੁਰਾਂ ਦੇ ਸੰਘਰਸ਼ ਨੂੰ, ਮਿਸ਼ਨ ਨੂੰ, ਕਾਂਸ਼ੀ ਰਾਮ ਸਾਹਿਬ ਜੀ ਦੇ ਮਿਸ਼ਨ ਨੂੰ ਅੱਗੇ ਲੈ ਕੇ ਚੱਲੀਏ। ਤਾਂ ਹੀ ਉਹਨਾਂ ਦਾ ਜਨਮ ਦਿਨ ਮਨਾਉਣਾ ਸਫਲਾ ਹੈ। ਜੇਕਰ ਅਸੀਂ ਉਹਨਾਂ ਦੀ ਵਿਚਾਰਧਾਰਾ 'ਤੇ, ਉਹਨਾਂ ਦੇ ਲਿਖੇ ਸੰਘਰਸ਼ 'ਤੇ, ਉਹਨਾਂ ਦੇ ਉਲੀਕੇ ਹੋਏ ਜੋ ਸੰਘਰਸ਼ ਸੀ ਉਹਨਾਂ ਨੂੰ ਅੱਗੇ ਲੈ ਕੇ ਚੱਲਾਂਗੇ, ਤਾਂ ਹੀ ਸਾਡਾ ਫਾਇਦਾ ਹੋਏਗਾ, ਤਾਂ ਹੀ ਅਸੀਂ ਸਮਾਜ ਨੂੰ ਜਾਗਰੂਕ ਕਰ ਸਕਾਂਗੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਬੇਅੰਤ ਚੁੱਕਾਂ ਭੁੱਲਾਂ ਦੀ ਖਿਮਾ। ਜੈ ਕਾਂਸ਼ੀ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ।